ਜਸਵੰਤ ਸਿੰਘ ਹੈ ਹੀ ਮਰਜੀ ਬੜਾ। 1995 ਦੇ ਵਿੱਚ ਕਿਹੜਾ ਵਾਕਿਆ ਵਾਪਰਿਆ ਸੀ ਭੈਣ ਜੀ? ਸਭ ਤੋਂ ਪਹਿਲਾਂ ਸ਼ਹਾਦਤ ਦਾ ਆਪਾਂ ਜ਼ਿਕਰ ਕਰਾਂਗੇ ਔਰ ਕਿਵੇਂ ਆਣ ਕੇ ਇੱਥੇ ਜਿਹੜੇ ਖੂਨੀ ਦਰਿੰਦੇ ਸੀ ਉਹਨਾਂ ਦੇ ਪੰਜਿਆਂ 'ਚ ਫਸ ਜਾਂਦੇ ਨੇ। ਨਿਸ਼ਚਿਤ ਤੌਰ ਤੇ ਉਹਨਾਂ ਨੇ ਸਪਸ਼ਟ ਕਰਤਾ ਸੀਗਾ ਕਿ ਮੇਰੀ ਸ਼ਹਾਦਤ ਹੋਣੀ ਹੋਣੀ। ਇਹਨਾਂ ਨੇ ਸਟੇਟ ਨੂੰ ਚੈਲੰਜ ਕੀਤਾ ਵੀ ਆਹ ਮੇਰੇ ਕੋਲੇ ਰਿਕਾਰਡ ਹੈ ਤੇ ਤੁਸੀਂ ਦੱਸੋ ਸਾਡੇ ਬੱਚੇ ਕਿੱਥੇ ਗਏ ਆ। ਸ਼ਹੀਦ ਜਸਵੰਤ ਸਿੰਘ ਖਾਲੜਾ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਸੇਵਾ ਨਿਭਾਈ? ਉਹ ਐ ਨਹੀਂ ਮੈਂ ਕਹਿ ਸਕਦੀ ਵੀ ਕੀ ਪੋਜੀਸ਼ਨ ਸੀ ਬਾਦਲ ਨੂੰ, ਤੇ ਉਦੋਂ ਵੀ ਇਹ ਸੀਗਾ ਵੀ ਮੇਰਾ ਕਿਵੇਂ ਰਾਜ ਆ ਜਾਵੇ, ਪਰ ਉਹਨੂੰ ਕੋਈ ਜਸਵੰਤ ਸਿੰਘ ਨਾਲ ਕੋਈ ਵਾਸਤਾ ਨਹੀਂ। ਉਹਨੇ ਤੇ ਜਦੋਂ ਜਸਵੰਤ ਸਿੰਘ ਚੱਕੇ ਗਏ ਉਦੋਂ ਉਹਨਾਂ ਨੇ ਇਹ ਕਹਿਤਾ ਭੁੱਲ ਜਾਓ ਤੁਸੀਂ ਸਾਰਾ ਕੁਝ, ਸਟੇਜ ਤੋਂ ਕਹਿਣਾ ਸ਼ੁਰੂ ਕਰਤਾ। ਪੰਜਾਬ ਦੇ ਵਿੱਚ ਕੌਣ ਸੀ ਜਿਹੜਾ ਉਹਨਾਂ ਦਾ ਵੈਰੀ ਸੀ ਤੇ ਵੈਰੀ ਕਿਉਂ ਸੀ ਜੋ ਉਹਨਾਂ ਦੀ ਜਾਨ ਲਏ ਬਗੈਰ ਖਲਾਸੀ ਨਹੀਂ ਸੀ ਹੋ ਸਕਦੀ? ਯਾਨੀ ਕਿ ਉਹਨਾਂ ਦਾ ਮਰਨਾ ਜ਼ਰੂਰੀ ਸੀ। ਤੁਹਾਨੂੰ ਪਤਾ ਵੀ ਉਹਨਾਂ ਦੀ ਸ਼ਹਾਦਤ ਜ਼ਰੂਰੀ ਸੀ ਤਾਂ ਹੀ ਕਿਸੇ ਦੀ ਜਾਨ ਬਚ ਸਕਦੀ ਸੀ। ਜਸਵੰਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚ ਗਈਆਂ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ KPS ਵਰਗੇ ਬੁੱਚੜ ਜ਼ਾਲਮ ਜਿਹੜੇ ਲੋਕ ਸੀਗੇ ਉਹਨਾਂ ਨੂੰ ਅਸੀਂ ਇੱਥੋਂ ਤੱਕ ਲੈ ਆਂਦਾ ਕਿ ਉਹਨਾਂ ਦੀ ਮੌਤ ਤੇ ਕੋਈ ਗੁਰਦੁਆਰਾ ਉਹਨਾਂ ਨੂੰ ਅਰਦਾਸ ਕਰਨ ਲਈ ਹਾਲ ਨਹੀਂ ਸੀ ਦੇ ਰਿਹਾ। ਵੇਖੋ ਜੀ ਬੇਅੰਤ ਸਿੰਘ ਦਾ ਹੁਣ ਕੋਈ ਬੁੱਝਾ ਤੇ ਹੈ ਨਹੀਂ ਗਾ। ਜੇ ਉਹ ਇਸ ਤਰ੍ਹਾਂ ਦਾ ਬੁੱਚੜ ਨਾ ਹੁੰਦਾ ਤੇ ਉਹਦਾ ਹਸ਼ਰ ਇਸ ਤਰ੍ਹਾਂ ਥੋੜ੍ਹੀ ਹੋਣਾ ਸੀ। ਨੌਜਵਾਨਾਂ ਨੇ ਮਨੁੱਖੀ ਬੰਬ ਬਣ ਕੇ ਆਪਣਾ ਆਪ ਖਤਮ ਕਰਕੇ ਉਹਨੂੰ ਮਾਰਿਆ। ਇਹਦਾ ਕੋਈ ਮਾਇਨੇ ਆ? ਸਾਡਾ ਇਤਿਹਾਸ ਹੈ ਸਿੱਖਾਂ ਦਾ ਇਹ। ਕਿਹੜੇ ਸੀਗੇ ਉਹ ਬੁੱਕਲ ਦੇ ਸੱਪ? ਕਿਹੜੇ ਸੀ ਜਿਨ੍ਹਾਂ ਨੇ ਪਿੱਠ 'ਚ ਵਾਰ ਕੀਤਾ? ਕੌਣ ਸੀ ਜਿਨ੍ਹਾਂ ਨੇ ਗਲ ਨਾਲ ਲਾ ਕੇ ਮਾਰਿਆ? ਕਿ ਜਿਹੜੀ ਇਹ ਪ੍ਰੋਬਲਮ ਇਹ ਆ ਰਹੀ ਹੈ ਵੀ ਜਿਹੜਾ ਵੀ ਕੋਈ ਸਟੋਰੀ ਬਣਾਉਣਾ ਚਾਹੁੰਦਾ ਹੈ ਉਹ ਜਸਵੰਤ ਸਿੰਘ ਨੂੰ ਨੈਸ਼ਨਲਿਜ਼ਮ 'ਚ ਫਿੱਟ ਕਰਨਾ ਚਾਹੁੰਦਾ ਹੈ ਤੇ ਮੂਵਮੈਂਟ ਨੂੰ ਗਲਤ ਕਰਨਾ ਚਾਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਿੰਗਾਰ ਕੇ ਚੱਲਿਆ ਹਾਂ ਇਤਿਹਾਸ ਪੁਰਾਣੇ ਨੂੰ, ਹੈ ਮਾਣ ਸ਼ਹੀਦਾਂ ਤੇ ਪੰਜਾਬ ਦੇ ਪਾਣੀ ਨੂੰ। ਇਹ ਹਮੇਸ਼ਾ ਮਾਣ ਰਹਿੰਦਾ ਸ਼ਹਾਦਤਾਂ ਤੇ ਸ਼ਹੀਦਾਂ ਦੇ ਜਜ਼ਬਿਆਂ ਤੇ। ਇਸ ਵੇਲੇ ਜੋ ਤੁਸੀਂ ਸਕਰੀਨ ਤੇ ਜੋ ਤਸਵੀਰਾਂ ਦੇਖ ਰਹੇ ਹੋ ਇਹ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਦੀ ਅਨੋਖੀ ਸ਼ਹਾਦਤ ਹੋਈ ਹੈ। ਇਸ ਸ਼ਹਾਦਤ ਨੂੰ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਕਹਾਂ ਤਾਂ ਇੱਕ ਇੱਕ ਬੂੰਦ ਦੇ ਖੂਨ ਦੀ ਬੂੰਦ ਦੇ ਕਤਰੇ ਦੇ ਨਾਲ ਲਿਖਣ ਵਾਲੀ ਇਹ ਕਹਾਣੀ ਜਿਸ ਨੂੰ ਪਰੋਇਆ ਬੀਬੀ ਗੁਰਮੀਤ ਕੌਰ ਜੀ ਨੇ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ 25,000 ਲਾਵਾਰਿਸ ਲਾਸ਼ਾਂ ਦੇ ਵਾਰਿਸ ਤਾਂ ਬਣੇ ਪਰ ਖੁਦ ਇੱਕ ਲਾਵਾਰਿਸ ਲਾਸ਼ ਬਣ ਕੇ ਰਹਿ ਗਏ। ਸੋ ਉਹਨਾਂ ਦੀ ਜੀਵਨੀ ਔਰ ਸ਼ਹਾਦਤ ਤੋਂ ਹੁਣ ਤੱਕ ਦਾ ਸਫ਼ਰ ਕਰੀਏ ਤਾਂ ਜੋ ਸ਼ਹਾਦਤ ਦੇ ਸਫ਼ਰ ਦੀ ਉਹ 25 ਸਾਲ ਹੋਏ ਨੇ ਔਰ 25 ਸਾਲਾਂ ਦੇ ਵਿੱਚ 25 ਸਾਲ ਬਾਅਦ ਕਹੀਏ ਤਾਂ ਇੱਕ ਕਿਤਾਬ ਹੈ ਜਿਹੜੀ ਉਹ ਰਿਲੀਜ਼ ਹੋਈ ਹੈ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ। ਔਰ ਇਸ ਰਿਲੀਜ਼ ਕਰਨ ਦੇ ਵਿੱਚ ਖੁਦ ਸ਼ਹੀਦ ਭਾਈ ਜਸਵੰਤ ਸਿੰਘ ਜੀ ਦੇ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਨੇ ਇਸ ਮੌਕੇ ਮੌਜੂਦ ਰਹੇ। ਹੋਰ ਵੀ ਸ਼ਖਸੀਅਤਾਂ ਜਿਹੜੀਆਂ ਸੀ ਉਹ ਵੀ ਇੱਥੇ ਮੌਜੂਦ ਸੀਗੀਆਂ। ਸੋ ਸਭ ਤੋਂ ਪਹਿਲਾਂ ਅਸੀਂ ਗੁਰਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀ 25 ਸਾਲ ਦੇ ਸਫ਼ਰ ਤੋਂ ਬਾਅਦ 25 ਸਾਲ ਹੋ ਗਏ ਔਰ 25 ਸਾਲ ਤੋਂ ਪਹਿਲੇ ਵੀ ਰੋਜ਼ਾਨਾ ਜਦ ਤੋਂ ਸ਼ਹਾਦਤ ਹੋਈ 25 ਸਾਲ ਪਹਿਲੇ ਤੋਂ ਕਈਆਂ ਵਾਸਤੇ ਅੱਜ ਦੀ ਸ਼ਹਾਦਤ ਹੋ ਸਕਦੀ ਹੈ ਲੇਕਿਨ ਪਰਿਵਾਰ ਨੂੰ ਪਤਾ ਕਿ 25 ਸਾਲ ਤੋਂ ਰੋਜ਼ ਦਾ ਦਿਨ ਹੀ ਸ਼ਹਾਦਤ ਦਾ ਦਿਨ ਗਿਣਿਆ ਜਾ ਰਿਹਾ ਕਿ 25 ਸਾਲ ਹੋ ਗਏ ਇਸ ਕਰ। ਤੁਹਾਡੇ ਜੀਵਨ ਸਾਥੀ ਬਣਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦੀ ਜਿਹੜੀ ਦਾਸਤਾਨ ਹੈ ਜੇ ਇੱਧਰ ਨੂੰ ਜੋ ਪ੍ਰੇਰਿਤ ਹੋਏ ਸਿੱਖੀ ਵੱਲ ਨੂੰ ਉਹ ਕਿਵੇਂ ਦੇ ਸੀ? ਜਦੋਂ ਤੁਹਾਨੂੰ ਗ੍ਰਸਥ ਧਰਮ 'ਚ ਤੁਸੀਂ ਆਂਦੇ ਉਸ ਤੋਂ ਹੀ ਉਹਨਾਂ ਦਾ ਸੁਭਾਅ ਐਸਾ ਸੀ ਜਾਂ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸੀ ਕੌਮ ਦੇ ਪ੍ਰਤੀ ਪੰਥ ਦੇ ਪ੍ਰਤੀ ਜਿਹੜੀਆਂ ਸੀ ਤਨਦੇਹੀਆਂ ਤੁਸੀਂ ਦੇਖੀਆਂ ਸੀ? ਨਹੀਂ ਜੀ, ਜਿਵੇਂ ਕਹਿੰਦੇ ਆ ਹੋਣਹਾਰ ਬਿਰਹਾ ਕੇ ਚਿਕਨੇ ਚਿਕਨੇ ਪਾਤ, ਉਹ ਗੱਲ ਜਸਵੰਤ ਸਿੰਘ ਦੇ ਵਿੱਚ ਵੀ ਸੀਗੀ। ਇੱਕ ਉਹਦੀ ਖਾਸੀਅਤ ਇਹ ਹੈ ਸੁਭਾਅ ਦੀ ਜਿਹੜੀ ਮੈਂ ਨੋਟ ਕਰਦੀ ਜ਼ਿੰਦਗੀ ਦੇ ਵਿੱਚ ਵੀ ਜਿੱਥੇ ਵੀ ਜ਼ੁਲਮ ਹੋਇਆ, ਜਿੱਥੇ ਵੀ ਕੋਈ ਸੰਘਰਸ਼ ਹੋਇਆ, ਜਸਵੰਤ ਸਿੰਘ ਮੋਹਰਲੀਆਂ ਸਫਾਂ 'ਚ ਰਿਹਾ।
ਜੇ ਕੋਈ ਐਜੀਟੇਸ਼ਨ, ਕੋਈ ਵੀ ਐਜੀਟੇਸ਼ਨ ਸ਼ੁਰੂ ਹੋਈ, ਪਹਿਲਾਂ ਕਮਿਊਨਿਸਟਾਂ ਦੀ ਇੱਕ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ, ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਭਗਤ ਸਿੰਘ ਦੇ ਪੈਟਰਨ 'ਤੇ ਨੌਜਵਾਨ ਭਾਰਤ ਸਭਾਵਾਂ ਬਣਾਈਆਂ। ਉਸ ਤੋਂ ਬਾਅਦ ਜੇ ਸਿੱਖ ਮੂਵਮੈਂਟ ਸ਼ੁਰੂ ਹੋਈ ਤਾਂ ਉਹਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਵਾਚ ਕੀਤਾ। ਆਪ ਉਹਨਾਂ ਦੀ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਸੀਗੀ ਉਸ ਮੂਵਮੈਂਟ ਦੇ ਵਿੱਚ, ਪਰ ਉਹਨਾਂ ਦੀ ਨਜ਼ਰ ਬੜੀ ਉਸ ਮੂਵਮੈਂਟ ਦੇ ਉੱਤੇ ਸੀਗੀ ਵੀ ਮੂਵਮੈਂਟ ਦੇ ਵਿੱਚ ਹੋ ਕੀ ਰਿਹਾ। ਉਹਨਾਂ ਨੇ ਫਿਰ ਜਦੋਂ ਪਰਮਾਤਮਾ ਨੇ ਇੱਕ ਮੌਕਾ ਦਿੱਤਾ, ਉਹਨਾਂ ਨੂੰ ਕਲੂ ਉਹਨਾਂ ਦੇ ਹੱਥ ਦੇ ਵਿੱਚ ਆਏ ਕਿ ਸ਼ਮਸ਼ਾਨ ਘਾਟਾਂ ਦੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਕੋਈ ਇਹੋ ਜਿਹੇ ਕਲੂ ਮਿਲ ਗਏ ਵੀ ਸਭ ਕੁਝ ਹੁੰਦਿਆਂ ਹੋਇਆਂ ਵੀ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਘਰੋਂ ਚੁੱਕ ਕੇ, ਜਿਹੜਾ ਜੇਲ੍ਹਾਂ 'ਚੋਂ ਕੱਢ ਕੇ, ਪੰਚਾਇਤਾਂ ਦੇ ਪੇਸ਼ ਕਰਾ ਕੇ ਜਿਹੜੇ ਉਹਨਾਂ ਨੇ ਲਾਵਾਰਸ ਕਰਾਰ ਦਿੱਤਾ। ਤੇ ਮੈਂ ਜੀ ਬਿਲਕੁਲ ਉਸ ਘਟਨਾ ਤੱਕ ਪਹੁੰਚਦੇ ਅਸੀਂ ਆਪਣੇ ਦਰਸ਼ਕਾਂ ਨੂੰ ਔਰ ਗੁਰੂ ਦੀ ਸੰਗਤ ਜਿਹੜੀ ਜਾਣਨੀ ਚਾਹੁੰਦੀ ਹੈ ਸ਼ਹੀਦ ਦੇ ਪਰਿਵਾਰ ਦਾ ਪਿਛੋਕੜ, ਸੋ ਉਹਨਾਂ ਦੀ ਧਰਮ ਪਤਨੀ ਨਾਲ ਅਸੀਂ ਰੂਬਰੂ ਕਰਵਾਇਆ ਤੁਹਾਨੂੰ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਭਾਈ ਸਾਹਿਬ ਹੋਣਾ ਦੇ ਉੱਪਰ ਮਹਾਰਾਜ ਨੇ ਕਿਰਪਾ ਕਰਕੇ ਕਿੰਨੇ ਬੱਚਿਆਂ ਦੀ ਦਾਤ ਦਿੱਤੀ? 2 ਬੱਚਿਆਂ ਦੀ ਹੈ, ਇੱਕ ਬੇਟਾ ਹੈ, ਇੱਕ ਬੇਟੀ ਹੈ। ਔਰ ਜਿਸ ਸਮੇਂ ਸ਼ਹਾਦਤ ਹੁੰਦੀ ਬੱਚੇ ਕਿਹੜੇ ਸੀ? ਹਾਂਜੀ, ਬੇਟਾ 8 ਸਾਲ ਦਾ ਤੇ ਬੇਟੀ 10 ਸਾਲ ਦੀ। ਔਰ ਉਸ ਸਮੇਂ ਦਾ ਜੋ ਸਫ਼ਰ ਸੀ, ਇਹਦਾ ਮਤਲਬ ਤੁਹਾਡੀ ਜਿਹੜੀ ਸ਼ਾਦੀ ਹੋਈ ਹੈ ਤਕਰੀਬਨ 11-12 ਸਾਲ 14 ਸਾਲ 14 ਸਾਲ। ਹਾਂਜੀ, ਬੇਟੀ 4.5 ਸਾਲ ਬਾਅਦ ਉਹਦੀ ਬਰਥ ਹੋਇਆ। ਇਹ 14 ਚ ਹੋਈ ਹੈ ਮੇਰੀ ਸ਼ਾਦੀ। 1995 ਦੇ ਦੌਰ ਦੇ ਵਿੱਚ ਜਦੋਂ ਜਿਹੜਾ ਕਾਲਾ ਸਾਲ ਹੈ, ਜਿਸ ਸਾਲ ਦੇ ਵਿੱਚ ਸਾਡੀ ਕੌਮ ਦਾ ਅਨਮੋਲ ਹੀਰਾ ਔਰ ਇਸ ਭੈਣ ਦਾ ਸੁਹਾਗ ਕੌਮ ਦੇ ਜਦੋਂ ਲੇਖੇ ਲੱਗਾ ਸੀ, ਪੰਥ ਦੇ ਲੇਖੇ ਲੱਗਾ ਸੀ, ਉਹ ਸੀ ਸੰਨ 1995 ਦੇ ਵਿੱਚ ਕਿਹੜਾ ਵਾਕਿਆ ਵਾਪਰਿਆ ਸੀ ਭੈਣ ਜੀ? ਸਭ ਤੋਂ ਪਹਿਲਾਂ ਸ਼ਹਾਦਤ ਦਾ ਆਪਾਂ ਜ਼ਿਕਰ ਕਰਾਂਗੇ। ਕਿਵੇਂ ਬਾਹਰੋਂ ਆਏ ਸੀਗੇ ਔਰ ਕਿਵੇਂ ਆਣ ਕੇ ਇੱਥੇ ਜਿਹੜੇ ਖੂਨੀ ਦਰਿੰਦੇ ਸੀ ਉਹਨਾਂ ਦੇ ਪੰਜਿਆਂ 'ਚ ਫਸ ਜਾਂਦੇ ਨੇ? ਨਹੀਂ, ਜਸਵੰਤ ਸਿੰਘ ਖਾਲੜਾ ਨੂੰ ਆਪਣੀ ਹੋਣੀ ਦਾ ਪਤਾ ਸੀਗਾ। ਉਹਨਾਂ ਨੇ ਇੱਕ ਪ੍ਰੈਸ ਨੋਟ ਵੀ 20 ਜਨਵਰੀ 1995 ਨੂੰ ਦਿੱਤਾ ਸੀ। ਫਿਰ ਉਹ ਅਪ੍ਰੈਲ ਦੇ ਵਿੱਚ ਕੈਨੇਡਾ ਦੇ ਵਿੱਚ ਹਿਊਮਨ ਰਾਈਟਸ ਦੇ ਸੈਮੀਨਾਰ 'ਤੇ ਗਏ ਸੀਗੇ। ਉੱਥੇ ਇੱਕ ਇਤਿਹਾਸਕ ਜਿਹੜਾ ਸਪੀਚ ਹੈ ਉਹਨਾਂ ਨੇ ਜਿਹੜੀ ਕੀਤੀ ਹੈ, ਜੇ ਤੁਸੀਂ ਉਹਨੂੰ ਸੁਣ ਲਓ ਤਾਂ ਸ਼ਾਇਦ ਤੁਸੀਂ ਮੇਰੇ ਕੋਲੋਂ ਕੋਈ ਸਵਾਲ ਹੀ ਨਾ ਪੁੱਛੋ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਸਭ ਕੁਝ ਸਵਾਲ ਵੀ ਖੜੇ ਕੀਤੇ ਆ ਤੇ ਆਨਸਰ ਵੀ ਕੀਤੇ ਆ ਵੀ ਕੌਣ ਮੇਰੀ ਮੌਤ ਦਾ ਜ਼ਿੰਮੇਵਾਰ ਹੋਊਗਾ, ਵਾਪਰਿਆ ਕੀ ਹੈ ਸਾਡੇ ਨਾਲ, ਅਤੇ ਕੀ ਮਤਲਬ ਅੱਗੋਂ ਹੋਣ ਵਾਲੀ ਜਿਹੜੀ ਉਹਨਾਂ ਦੀ ਨਿਸ਼ਚਿਤ ਤੌਰ 'ਤੇ ਉਹਨਾਂ ਨੇ ਸਪਸ਼ਟ ਕਰਤਾ ਸੀਗਾ ਕਿ ਮੇਰੀ ਸ਼ਹਾਦਤ ਹੋਣੀ ਹੈ। ਹਾਂਜੀ, ਉਹ ਜਿਹੜੀਆਂ ਇਹ ਗੱਲਾਂ ਸੀਗੀਆਂ ਉਹਦੇ ਸੁਭਾਅ ਦਾ ਖਾਸਾ ਸੀਗਾ। ਉਹ ਆਮ ਨਿੱਕੀਆਂ ਗੱਲਾਂ ਕਰਦੇ ਜਿਵੇਂ ਲੋਕ, ਉਵੇਂ ਨਹੀਂ ਸੀ ਕਰਦੇ। ਜੋ ਮਤਲਬ ਪੱਕੀਆਂ ਗੱਲਾਂ ਜਿਹਨੂੰ ਆਪਾਂ ਕਹਾਂਗੇ ਵੀ ਉਹੋ ਹੀ ਤੱਥਾਂ ਦੇ ਨਾਲ ਵਾਲੀਆਂ ਗੱਲਾਂ। ਉਹਨਾਂ ਨੇ ਆਪਣੀ ਸਪੀਚ ਵਿੱਚ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਵੀ ਤੱਥਾਂ ਤੋਂ ਬਿਨਾਂ ਦੁਨੀਆ ਨਹੀਂ ਮੰਨਦੀ, ਅਤੇ ਤਾਂ ਹੀ ਉਹਨਾਂ ਨੇ ਜਿਹੜੇ ਤੱਥ ਇਕੱਠੇ ਕਰਕੇ ਸਮਾਜ ਦੇ ਸਾਹਮਣੇ ਅਤੇ ਫਿਰ ਸਮਾਜ ਤੋਂ ਬਾਅਦ ਕੋਰਟਾਂ ਦੇ ਸਾਹਮਣੇ ਉਹ ਤੱਥ ਲੈ ਕੇ ਗਏ। ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਇਹ ਸੇਵਾ 'ਚੋਂ ਕਦੋਂ ਆਏ ਸੀ ਕਿ ਔਰ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ? ਨਹੀਂ ਜੀ, ਮੇਰੇ ਸੁਣਨ 'ਚ ਇਹੋ ਹੀ ਆਇਆ। ਫਾਦਰ ਸਾਹਿਬ ਨੇ ਇਹ ਦੱਸਿਆ ਕਿ 20 ਸਾਲ ਦੀ ਉਮਰ 'ਚ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਇਹਨਾਂ ਨੇ ਕੰਮ ਸ਼ੁਰੂ ਕਰਨਾ ਸ਼ੁਰੂ ਕਰਤਾ। ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਇਕਾਈ ਆਵਾਜ਼ 'ਚ ਕਰਦੇ ਪਏ ਸੀਗੇ ਵੀ ਪੰਜਾਬ ਦੇ ਵਿੱਚ ਹੋ ਕੀ ਰਿਹਾ, ਅਤੇ ਕੁਦਰਤ ਨੇ ਮੌਕਾ ਦਿੱਤਾ ਸ਼ਮਸ਼ਾਨ ਘਾਟਾਂ ਦੇ ਰਿਕਾਰਡ ਦੇਖਣ ਦਾ, ਅਤੇ ਉਸ ਰਿਕਾਰਡ ਨੂੰ ਬਜਾਏ ਇਸ ਦੇ ਕਿ ਲੁਕਾਉਂਦੇ ਜਾਂ ਇੱਕ ਕੋਈ ਹੋਰ ਤਰੀਕੇ ਨਾਲ ਆਪਣੇ ਆਪ ਦੇ ਬਚਾਅ ਲਈ ਕੋਸ਼ਿਸ਼ ਕਰਦੇ, ਇਹਨਾਂ ਨੇ ਸਟੇਟ ਨੂੰ ਚੈਲੰਜ ਕੀਤਾ ਵੀ ਆਹ ਮੇਰੇ ਕੋਲੇ ਰਿਕਾਰਡ ਹੈ ਅਤੇ ਤੁਸੀਂ ਦੱਸੋ ਸਾਡੇ ਬੱਚੇ ਕਿੱਥੇ ਗਏ ਆ, ਅਤੇ ਜੇ ਨਹੀਂ ਤੁਸੀਂ ਮਾਰ ਹੀ ਦਿੱਤੇ ਆ, ਸਾਨੂੰ ਪਤਾ ਹੈ ਤੁਸੀਂ ਮਾਰ ਦਿੱਤੇ ਆ, ਪਰ ਹੁਣ ਡੈਥ ਸਰਟੀਫਿਕੇਟ ਦੇ ਦਿਓ। ਇਹ ਇੱਕ ਸਟੇਟ ਲਈ ਵੱਡਾ ਚੈਲੰਜ ਸੀਗਾ ਵੀ ਡੈਥ ਸਰਟੀਫਿਕੇਟ ਉਹ ਦੇਣ ਕਿੱਥੋਂ, ਕਿਉਂਕਿ ਉਹਨਾਂ ਨੇ ਤਾਂ ਇੱਕ ਵਾਰੀ ਮਾਰ ਕੇ ਖਪਾ ਹੀ ਦਿੱਤਾ ਸੀਗਾ। ਪਰ 350 ਰੁਪਈਆ ਲੱਕੜ ਲੈਣ ਦੇ ਲਈ, ਜਿਵੇਂ ਕਹਿੰਦੇ ਚੋਰ ਆਪਦੀ ਪੈੜ ਛੱਡ ਜਾਂਦਾ, ਉਹ 350 ਰੁਪਈਆ ਲੱਕੜ ਲੈਣ ਦੇ ਲਈ ਉਹਨਾਂ ਨੇ ਇਹ ਜਿਹੜੀਆਂ ਪੈੜਾਂ ਛੱਡ ਦਿੱਤੀਆਂ, ਅਤੇ ਜਸਵੰਤ ਸਿੰਘ ਨੇ ਉਹ ਪੈੜਾਂ ਚੱਕ ਲਈਆਂ। ਸ਼ਹੀਦ ਜਸਵੰਤ ਸਿੰਘ ਖਾਲੜਾ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਸੇਵਾ ਨਿਭਾਈ? ਹਾਂਜੀ, ਉਹਨਾਂ ਨੇ ਪਹਿਲਾਂ ਤਾਂ ਉਹ ਆਪਣੇ ਲੈਵਲ 'ਤੇ ਜਿਵੇਂ ਵੀ ਸਟੂਡੈਂਟ ਲਾਈਫ ਦੇ ਵਿੱਚ ਯੂਨੀਅਨਾਂ 'ਚ ਕੰਮ ਕਰਨਾ, ਫਿਰ ਉਹਨਾਂ ਨੇ ਹਰੇਕ ਟ੍ਰੇਡ ਯੂਨੀਅਨ ਦੇ ਵਿੱਚ ਜਿੱਥੇ ਵੀ ਉਹ ਗਏ ਉਹਨਾਂ ਨੇ ਉੱਥੇ ਆਪਣਾ ਰੋਲ ਜਿਹੜਾ ਨਿਭਾਇਆ। ਫਿਰ ਉਹਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਦੋਂ ਮਾਨ ਸਾਹਿਬ ਦਾ ਸੀਗਾ ਉਹਦੇ ਵਿੱਚ ਐਂਟਰੀ ਕੀਤੀ, ਅਤੇ ਫਿਰ ਸਿੰਘ ਸਾਹਿਬ ਜਥੇਦਾਰ ਭਾਈ ਮਨਜੀਤ ਸਿੰਘ
ਜਥੇਦਾਰ ਮਨਜੀਤ ਸਿੰਘ ਨੇ ਇੱਕ ਇਹਨਾਂ ਨੂੰ ਸਜ਼ਾ ਲਾਈ ਸੀ ਕਿ ਸਾਰੇ ਆਪਣੇ ਦਲ ਭੰਗ ਕਰਕੇ ਤੇ ਇੱਕ ਪਲੇਟਫਾਰਮ ਤੇ ਆਓ। ਤੇ ਉਦੋਂ ਜਸਵੰਤ ਸਿੰਘ ਫਿਰ ਜਿਹੜਾ ਬਾਦਲ ਦਲ ਦੇ ਨਾਲ ਮਨੁੱਖੀ ਅਧਿਕਾਰ ਵਿੰਗ ਦੇ ਜਿਹੜੇ ਇਹਨਾਂ ਨੇ ਆਪਣੇ ਆਪ ਨੂੰ ਕੋਸ਼ਿਸ਼ ਕੀਤੀ ਵੀ ਮੈਂ ਮਨੁੱਖੀ ਅਧਿਕਾਰਾਂ 'ਤੇ ਹੀ ਕੰਮ ਕਰਨਾ, ਤੇ ਉਸ ਵਿੰਗ ਦੇ ਹੀ ਇਹ ਜਨਰਲ ਸਕੱਤਰ ਬਣ ਗਏ। ਕਿੰਨੀ ਦੇਰ ਰਹੇ ਜੀ ਉਹਦੇ ਵਿੱਚ ਕੰਮ ਕਰਦੇ ਰਹੇ ਉਸ ਪਾਰਟੀ ਨਾਲ, ਜਿਹੜੀ ਬਾਦਲ? ਸਪੈਸੀਫਿਕ ਡੇਟ ਤਾਂ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ 4-5 ਸਾਲ ਇਹਨਾਂ ਨੇ ਉਹ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ 'ਤੇ ਖੜ੍ਹ ਕੇ ਡਾਟੇ ਇਕੱਠੇ ਕਰਨੇ ਸ਼ੁਰੂ ਕਰਦੇ ਵੀ ਜਿਹੜੇ ਲੋਕ ਡਿਸਪੀਅਰ ਹੋਏ। ਉਸ ਸਮੇਂ ਪਾਰਟੀ 'ਚ ਕੈਸੀ ਪੋਜੀਸ਼ਨ ਸੀ ਇਹਨਾਂ ਦੀ? ਵੇਖੋ ਜੀ, ਮੈਨੂੰ ਐ ਨਹੀਂ ਮੈਂ ਕਹਿ ਸਕਦੀ ਵੀ ਕੀ ਪੋਜੀਸ਼ਨ ਸੀ ਬਾਦਲ ਨੂੰ, ਤੇ ਉਦੋਂ ਵੀ ਇਹ ਸੀਗਾ ਵੀ ਮੇਰਾ ਕਿਵੇਂ ਰਾਜ ਆ ਜਾਵੇ, ਉਹਨੂੰ ਹੋਰ ਤੇ ਕੋਈ ਗੱਲ ਦਾ ਪਤਾ ਹੀ ਨਹੀਂ ਸੀਗਾ। ਉਹ ਇਲੈਕਸ਼ਨ ਤੋਂ ਬਾਅਦ ਜਦੋਂ ਅਸੀਂ ਉਹਨੂੰ ਬਾਦਲ ਨੂੰ ਮਿਲੇ ਆ ਤੇ ਉਹਨੇ ਇੱਕ ਗੱਲ ਇਹ ਵੀ ਕਹੀ ਸੀਗੀ ਵੀ ਜਸਵੰਤ ਸਿੰਘ ਕਾਹਲੀ ਕਰ ਗਿਆ। ਅੱਛਾ। ਵੀ ਜੇ ਸਾਡਾ ਰਾਜ ਆ ਜਾਂਦਾ ਤੇ ਉਦੋਂ ਆਪਾਂ ਕੱਢਣੇ ਕੁੱਢਣੇ ਤਾਂ ਕਿਹਨੇ ਹੁੰਦੇ ਆ, ਪਰ ਉਹਨੂੰ ਕੋਈ ਜਸਵੰਤ ਸਿੰਘ ਨਾਲ ਕੋਈ ਵਾਸਤਾ ਨਹੀਂ। ਉਹਨੇ ਤੇ ਜਦੋਂ ਜਸਵੰਤ ਸਿੰਘ ਚੱਕੇ ਗਏ ਉਦੋਂ ਉਹਨਾਂ ਨੇ ਇਹ ਕਹਿਤਾ ਭੁੱਲ ਜਾਓ ਤੁਸੀਂ ਸਾਰਾ ਕੁਝ, ਸਟੇਜ ਤੋਂ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਆਪਣੇ ਬੱਚੇ ਪਾਲੋ, ਤੁਸੀਂ ਕੀ ਸ਼ਹੀਦ ਪਰਿਵਾਰਾਂ ਨੂੰ ਕਹਿਤਾ ਵੀ ਭੁੱਲ ਜਾਓ ਜੋ ਕੁਝ ਵੀ ਤੁਹਾਡੇ ਨਾਲ ਹੋਇਆ। ਤੇ ਉਹਦੇ ਜਸਵੰਤ ਸਿੰਘ ਤਾਂ ਆਪਣੇ ਤਰੀਕੇ ਨਾਲ ਪੋਲੀਟੀਕਲ ਲਾਈਨ ਤਾਂ ਜੁਆਇਨ ਕੀਤੀ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ ਸੀ। ਬੀਬੀ ਜੀ, ਸ਼ਹੀਦ ਜਸਵੰਤ ਸਿੰਘ ਖਾਲੜਾ ਜਿਹੜੇ ਨੇ ਪੰਜਾਬ ਦੇ ਵਿੱਚ ਕੌਣ ਸੀ ਜਿਹੜਾ ਉਹਨਾਂ ਦਾ ਵੈਰੀ ਸੀ, ਤੇ ਵੈਰੀ ਕਿਉਂ ਸੀ ਜੋ ਉਹਨਾਂ ਦੀ ਜਾਨ ਲਏ ਬਗੈਰ ਖਲਾਸੀ ਨਹੀਂ ਸੀ ਹੋ ਸਕਦੀ? ਯਾਨੀ ਕਿ ਉਹਨਾਂ ਦਾ ਮਰਨਾ ਜ਼ਰੂਰੀ ਸੀ। ਤੁਹਾਨੂੰ ਪਤਾ ਵੀ ਉਹਨਾਂ ਦੀ ਸ਼ਹਾਦਤ ਜ਼ਰੂਰੀ ਸੀ, ਤਾਂ ਹੀ ਕਿਸੇ ਦੀ ਜਾਨ ਬਚ ਸਕਦੀ ਸੀ। ਬਿਲਕੁਲ, ਉਹਨਾਂ ਦੀ ਸ਼ਹਾਦਤ ਬਹੁਤ ਜ਼ਰੂਰੀ ਸੀਗੀ। ਸਾਡੇ ਭਾਵੇਂ ਰਿਸ਼ਤੇ ਜੁੜੇ ਹੁੰਦੇ ਆ, ਸਾਡੇ ਖੂਨ ਦੇ ਰਿਸ਼ਤੇ ਆ, ਸਾਡੇ ਜੁੜੇ ਆ, ਅਸੀਂ ਕਦੇ ਵੀ ਨਹੀਂ ਕੋਈ ਬੰਦਾ ਸੋਚਦਾ ਵੀ ਸਾਡਾ ਕੋਈ ਬੰਦਾ ਇਸ ਤਰ੍ਹਾਂ ਦੁਨੀਆ ਤੋਂ ਚਲਿਆ ਜਾਵੇ। ਪਰ ਜੇ ਆਪਾਂ ਵੱਡੇ ਦਿਲ ਨਾਲ ਗੱਲ ਕਰੀਏ, ਜਸਵੰਤ ਸਿੰਘ ਦੇ ਜਾਣ ਤੋਂ ਬਾਅਦ ਕੋਈ ਵੀ ਜਿਹੜਾ ਬੰਦਾ ਜਿਹੜਾ ਉਹ ਕੋਈ ਵੀ ਝੂਠਾ ਪੁਲਿਸ ਮੁਕਾਬਲਾ 6 ਸਤੰਬਰ 1995 ਤੋਂ ਬਾਅਦ ਕੋਈ ਵੀ ਝੂਠਾ ਪੁਲਿਸ ਮੁਕਾਬਲਾ ਨਹੀਂ ਹੋਇਆ। ਜਸਵੰਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚ ਗਈਆਂ, ਤੇ ਪੁਲਿਸ ਨੂੰ, ਸਟੇਟ ਨੂੰ ਜਿਹੜਾ ਡਿਫੈਂਸ ਦੇ ਵਿੱਚ ਆਉਣਾ ਪਿਆ, ਤੇ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਅਸੀਂ ਸਜ਼ਾ ਵੀ ਕਰਾਈ। ਉਹਨਾਂ ਨੂੰ ਵੀ ਸਬਕ ਸਿਖਾਇਆ ਵੀ ਜੇ ਤੁਸੀਂ ਪੁੱਠੇ ਕੰਮ ਕਰੋਗੇ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ KPS ਵਰਗੇ ਬੁੱਚੜ ਜ਼ਾਲਮ ਜਿਹੜੇ ਲੋਕ ਸੀਗੇ, ਉਹਨਾਂ ਨੂੰ ਅਸੀਂ ਇੱਥੋਂ ਤੱਕ ਲੈ ਆਂਦਾ ਕਿ ਉਹਨਾਂ ਦੀ ਮੌਤ 'ਤੇ ਕੋਈ ਗੁਰਦੁਆਰਾ ਉਹਨਾਂ ਨੂੰ ਅਰਦਾਸ ਕਰਨ ਲਈ ਹਾਲ ਨਹੀਂ ਸੀ ਦੇ ਰਿਹਾ, ਕੋਈ ਢਾਡੀ ਰਾਗੀ ਉਹਨਾਂ ਦੇ ਨਹੀਂ ਸੀ ਜਾ ਰਿਹਾ। ਇੱਕ ਹਾਲ ਦੇ ਵਿੱਚ ਉਹਨਾਂ ਨੇ ਜਿਹੜੇ 5-4 ਲਕਸ਼ਮੀਕਾਂਤ ਚਾਵਲਾ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ 4-5 ਉਹਨਾਂ ਦੇ ਜਿਹੜੇ ਮੈਂ ਕਹੂੰਗੀ ਵੀ ਉਹ ਪਤਾ ਨਹੀਂ ਕਿਹੜੀ ਸਕੀਮ ਦੇ ਨਾਲ ਉਹਨਾਂ ਦੇ ਕਿਹੋ ਜਿਹੇ ਵੈਲ ਵਿਸ਼ਰ ਸੀਗੇ, ਉਹ ਜਾ ਕੇ ਹਾਜ਼ਰੀ ਲਵਾਏ। ਪਰ ਆਮ ਲੋਕਾਂ ਨੇ ਉਹਨੂੰ ਅੱਜ ਵੀ ਓਨਾ ਹੀ ਬੁਰਾ ਸਮਝਦੇ ਆ ਜਿੰਨਾ ਅਸੀਂ ਉਹਨਾਂ ਨੂੰ ਦੱਸਿਆ ਵੀ KPS ਗਿੱਲ ਨੇ ਇੰਨੇ ਲੋਕ ਜਿਹੜੇ ਆ ਉਹ ਮਾਰੇ ਆ। ਉਸ ਸਮੇਂ ਤੇ ਬੀਬੀ ਜੀ ਜਿਹੜੇ ਮੁੱਖ ਮੰਤਰੀ ਸੀ ਬੇਅੰਤ ਸਿੰਘ, ਉਹਨਾਂ ਦੇ ਬਾਰੇ ਆਪਾਂ ਕਿਹੜਾ ਨਜ਼ਰੀਆ ਰੱਖਦੇ? ਵੇਖੋ ਜੀ, ਬੇਅੰਤ ਸਿੰਘ ਦਾ ਹੁਣ ਕੋਈ ਗੁੱਜਾ ਤੇ ਹੈ ਨਹੀਂਗਾ। ਜੇ ਉਹ ਇਸ ਤਰ੍ਹਾਂ ਦਾ ਬੁੱਚੜ ਨਾ ਹੁੰਦਾ ਤੇ ਉਹਦਾ ਹਸ਼ਰ ਇਸ ਤਰ੍ਹਾਂ ਥੋੜ੍ਹੀ ਹੋਣਾ ਸੀਗਾ। ਜਿਸ ਤਰ੍ਹਾਂ ਉਹਨੂੰ ਵੀ ਇੱਕ ਨੌਜਵਾਨਾਂ ਨੇ ਮਨੁੱਖੀ ਬੰਬ ਬਣ ਕੇ ਆਪਣਾ ਆਪ ਖਤਮ ਕਰਕੇ ਉਹਨੂੰ ਮਾਰਿਆ, ਇਹਦਾ ਕੋਈ ਮਾਇਨੇ ਆ? ਸਾਡਾ ਇਤਿਹਾਸ ਹੈ ਸਿੱਖਾਂ ਦਾ ਇਹ। ਪਰ ਬੀਬੀ ਜੀ, ਜ਼ਾਲਮ ਨੂੰ ਕਦੇ ਛੱਡਿਆ ਨਹੀਂ, ਅਸੀਂ ਇੰਦਰਾ ਗਾਂਧੀ ਨਹੀਂ ਛੱਡੀ, ਅਸੀਂ ਜਨਰਲ ਵੈਦਿਆ ਨਹੀਂ ਛੱਡੇ, ਤੇ ਇਹ ਸਾਡਾ ਇਤਿਹਾਸ ਹੈ ਸਿੱਖਾਂ ਦਾ, ਇਹ ਤੇ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ। ਬੀਬੀ ਜੀ, ਇੱਕ ਹੁੰਦਾ ਵੈਰੀ, ਇੱਕ ਹੁੰਦਾ ਮਹਾਵੈਰੀ। ਇੱਕ ਦੇ ਵਾਸਤੇ ਅਸੀਂ ਸੰਜੀਵਨੀ ਸੀ ਭਾਈ ਜਸਵੰਤ ਸਿੰਘ ਜੀ। ਜਦ ਤੱਕ ਭਾਈ ਜਸਵੰਤ ਸਿੰਘ ਜੀ ਜਿਉਂਦੇ ਸੀ ਉਹਨਾਂ ਨੂੰ ਚੈਨ ਨਹੀਂ ਸੀ, ਉਹ ਮਰੇ ਸੀ। ਤੇ ਜੇ ਭਾਈ ਜਸਵੰਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਤਾਂ ਫਿਰ ਉਹ ਜਿਉਂਦੇ ਸੀਗੇ। ਮੈਂ ਇਹੋ ਜਾਣਨਾ ਚਾਹੁੰਦਾ ਕਿ ਕਿਹੜੇ ਸੀਗੇ ਉਹ ਬੁੱਕਲ ਦੇ ਸੱਪ, ਕਿਹੜੇ ਸੀ ਜਿਨ੍ਹਾਂ ਨੇ ਪਿੱਠ 'ਚ ਵਾਰ ਕੀਤਾ, ਕੌਣ ਸੀ ਜਿਨ੍ਹਾਂ ਨੇ ਗਲ ਨਾਲ ਲਾ ਕੇ ਮਾਰਿਆ? ਤੁਹਾਨੂੰ ਉਹਨਾਂ ਦੇ, ਕਿਉਂਕਿ ਹੁਣ ਪੰਥ ਵੀ ਜਾਣਦਾ, ਕੌਮ ਵੀ ਜਾਣਦੀ, ਅਸੀਂ ਚਾਹੁੰਦੇ ਤੁਸੀਂ ਵੀ ਕੋਈ ਗੱਲਬਾਤ ਦੱਸੋ। ਨਹੀਂ, ਮੈਂ ਸਮਝਦੀ ਹਾਂ ਵੀ ਇਹ ਕੋਈ ਨਿੱਜੀ ਬੰਦੇ ਨਹੀਂ ਹੁੰਦੇ ਜਿਹੜੇ ਬੰਦਿਆਂ ਨੂੰ ਮਾਰਦੇ, ਇੱਕ ਆਈਡੀਓਲੋਜੀ ਹੁੰਦੀ ਹੈ। ਆਈਡੀਓਲੋਜੀ ਦੇ ਨਾਲ ਕੁਛ ਪੁਰਜੇ ਜਿਹੜੇ ਆ ਉਹ ਸਰਕਾਰੀ ਪੁਰਜੇ ਬਣ ਜਾਂਦੇ ਆ, ਔਰ ਉਹ ਇਹ ਸਮਝਣ ਲੱਗ ਜਾਂਦੇ ਪਹਿਲਾਂ, ਜਿਵੇਂ ਹੁਣ ਆਪਣੀ ਪੰਜਾਬ ਪੁਲਿਸ ਹੈ ਜਾਂ ਕੋਈ ਵੀ ਜਿਹੜੇ ਕਾਨੂੰਨਦਾਨ ਹੈ, ਜਾਂ ਤੁਸੀਂ ਸਮਝ ਲਓ, ਉਹ ਪਹਿਲਾਂ ਨੈਸ਼ਨਲਿਜ਼ਮ ਦਾ ਪਾਠ ਪੜ੍ਹਾਇਆ ਜਾਂਦਾ ਉਹਨਾਂ ਨੂੰ, ਤੇ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਇਹ ਜਿਹੜੇ ਮਨੁੱਖੀ ਹੱਕ ਹੈ ਜਿਹੜੇ, ਇਹਨਾਂ ਦੇ ਵੀ ਕੋਈ ਮਾਅਨੇ ਹੁੰਦੇ ਆ। ਇਹੋ ਕੁਛ ਇਸ ਕੇਸ ਦੇ ਵਿੱਚ ਹੋਇਆ ਵੀ KPS ਗਿੱਲ ਨੂੰ ਸਿੱਖਾਂ ਨੂੰ ਤੋਂ ਸਿੱਖ ਮਰਵਾਈ ਗਏ, ਵੀ ਆਈਡੀਓਲੋਜੀ ਉਹਨਾਂ ਨੂੰ ਇਹ ਦਿੱਤੀ ਵੀ ਇਹ ਤੁਹਾਡੇ ਦੁਸ਼ਮਣ ਹੈ। ਇਹ ਆਈਡੀਓਲੋਜੀ ਦਾ ਲੜਾਈ ਹੈ, ਨਾ ਕਿ ਕੋਈ ਨਿੱਜੀ ਸਾਡੀ KPS ਗਿੱਲ ਨਾਲ ਸਾਡੀ ਕੀ ਲੜਾਈ ਹੈ, ਸਾਡੀ ਬੇਅੰਤ ਸਿੰਘ ਨਾਲ ਕੀ ਲੜਾਈ ਹੈ। ਸਾਡੀ ਲੜਾਈ ਤਾਂ ਸਿਧਾਂਤ ਦੀ ਲੜਾਈ ਹੈ, ਤੇ ਸਿਧਾਂਤ 'ਤੇ ਖੜ੍ਹ ਕੇ ਕੁਰਬਾਨੀ ਹੋ ਗਈ।
ਇਸ ਤੋਂ ਵੱਡੀ ਕੋਈ ਗੱਲ ਜੀ ਹੋ ਨਹੀਂ ਸਕਦੀ। ਜੀ ਬਿਲਕੁਲ। ਜਿਵੇਂ ਇਸ ਅਸੀਂ ਕਿਤਾਬ ਨੂੰ ਨਹੀਂ ਕਹਿ ਸਕਦੇ, ਅਨਮੋਲ ਖਜ਼ਾਨਾ ਹੈ, ਕੀਮਤੀ ਇਤਿਹਾਸ ਹੈ, ਤੋ ਖੂਨ ਦੀ ਰੱਤ ਦੇ ਨਾਲ ਸਿੰਜਿਆ ਹੋਇਆ ਇਹ ਇਤਿਹਾਸ ਹੈ। 25,000 ਜਵਾਨਾਂ ਦਾ ਜਿਹੜੇ ਬੇਕਸੂਰ ਨਿਰਦੋਸ਼ ਮਾਰੇ ਗਏ ਸੀ ਉਹਨਾਂ ਦਾ ਜ਼ਿਕਰ ਹੈ, ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਹੈ, ਔਰ ਪਤਾ ਨਹੀਂ ਕੀ ਇਹਦੇ ਅੰਦਰ ਜਿਹੜਾ ਕੀਮਤੀ ਖਜ਼ਾਨਾ ਜਿਹੜਾ ਪੜ੍ਹੇਗਾ ਉਹਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਉਹਦੇ ਲੂਈ ਕੰਡੇ ਜ਼ਰੂਰ ਖੜੇ ਹੋਣਗੇ। ਸੋ ਇਹਦੇ ਉੱਪਰ ਇੱਕ ਲਫ਼ਜ਼ ਲਿਖਿਆ ਹੋਇਆ ਮਰਜੀਵੜਾ। ਮਰਜੀਵੜੇ ਦੇ ਕੀ ਅਰਥ ਨੇ ਬੀਬੀ ਜੀ, ਜਰਾ ਦਰਸ਼ਕਾਂ ਨੂੰ? ਜਿੱਥੋਂ ਤੱਕ ਮੇਰੀ ਸਟੱਡੀ ਵੀ, ਜਿਵੇਂ ਪੰਜਾਬੀ 'ਚ ਮਾਸਟਰੀ ਕੀਤੀ ਹੈ ਮੈਂ, ਤੇ ਮੈਨੂੰ ਮਰਜੀਵੜੇ ਦੇ ਅਰਥ ਇਹੋ ਹੀ ਆਉਂਦੇ ਆ ਵੀ ਜਿਹੜਾ ਮਰ ਵੀ ਜਾਵੇ ਤੇ ਹਮੇਸ਼ਾ ਹੀ ਜਿਉਂਦਾ ਰਹੇ। ਤੇ ਇਹ ਜਿਹੜਾ ਬਹੁਤ ਸੋਹਣਾ ਟਾਈਟਲ ਹੈ ਉਹਨੇ ਜਿਹੜਾ ਚੂਜ਼ ਕੀਤਾ, ਤੇ ਮੈਨੂੰ ਲੱਗਦਾ ਹੈ ਵੀ ਜਸਵੰਤ ਸਿੰਘ ਹੈ ਹੀ ਮਰਜੀਵੜਾ। ਗੁਰਮੀਤ ਕੌਰ 213 ਪੰਨਿਆਂ ਦੀ ਇੱਕ ਕਿਤਾਬ ਜਿਹੜੀ ਹੈ ਉਹ ਆਪਣੇ ਸ਼ਬਦਾਂ ਦੇ ਨਾਲ ਲਿਖਦੀ ਹੈ। ਸ਼ਬਦ ਵੀ ਬਾਕਮਾਲ ਨੇ, ਅਸੀਂ ਪੜ੍ਹੀ ਹੈ ਔਰ ਕੰਟੀਨਿਊ ਪੜ੍ਹਨ ਨੂੰ, ਪੂਰਾ ਪੜ੍ਹਨ ਨੂੰ ਜੀ ਕਰਦਾ, ਦੁਬਾਰਾ ਪੜ੍ਹਨ ਨੂੰ ਵੀ ਜੀ ਕਰਦਾ ਹੈ। ਔਰ ਜਿਹੜਾ ਰਗਾਂ 'ਚ ਖੂਨ ਖਲੋ ਚੁੱਕਾ ਹੈ ਲੋਕਾਂ ਦੇ, ਜਿਹੜੇ ਨੌਜਵਾਨ ਕਈ ਠੰਡੇ ਹੋ ਗਏ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਵੱਡੇ ਬਜ਼ੁਰਗਾਂ ਨੇ ਕੀਤਾ ਕੀ ਹੈ। ਔਰ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ, ਤਾਂ ਜੋ ਪ੍ਰਸ਼ਾਸਨ ਵੀ ਹੈ ਜਾਂ ਇਤਿਹਾਸਕਾਰ ਵੀ ਨੇ ਜਾਂ ਸਮੇਂ ਦੀਆਂ ਸਰਕਾਰਾਂ ਵੀ ਨੇ, ਉਹ ਵੀ ਨਹੀਂ ਚਾਹੁੰਦੀਆਂ ਕਿ ਸਾਡਾ ਪੁਰਾਣਾ ਇਤਿਹਾਸ ਜਿਹੜੀ ਸਿੱਖ ਨੌਜਵਾਨ ਹਨ, ਸਿੱਖ ਬੱਚੇ ਨੇ, ਉਹਨਾਂ ਤੱਕ ਪਹੁੰਚੇ। ਪਰ ਇਹ ਕਿਤਾਬਾਂ ਜਿਹੜੀਆਂ ਨੇ ਹੁਣ ਜਦੋਂ ਘਰਾਂ 'ਚ ਜਾਣਗੀਆਂ ਤਾਂ ਦਿਲਾਂ 'ਚ ਵੀ ਜਾਣਗੀਆਂ, ਜਦੋਂ ਦਿਲਾਂ 'ਚ ਜਾਣਗੀਆਂ ਤਾਂ ਖੂਨ 'ਚ ਉਤਰਨਗੀਆਂ, ਔਰ ਖੂਨ ਉਬਾਲੇ ਮਾਰੇਗਾ, ਫਿਰ ਹਿਸਾਬ ਜ਼ਰੂਰ ਲਿਆ ਜਾਏਗਾ। ਸੋ ਬੀਬੀ ਜੀ, ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਇਹ ਕਿਤਾਬ ਦੀ, ਇਸ ਕਿਤਾਬ ਨੂੰ ਤੁਸੀਂ ਵਾਚਿਆ ਦੇਖਿਆ, ਇਹ ਕਿਤਾਬ 'ਚ ਵੱਖਰਾ ਕੀ ਹੈ ਔਰ ਇਹਦਾ ਕੌਮ ਨੂੰ, ਪੰਥ ਨੂੰ, ਔਰ ਉਹ ਜੋ ਸ਼ਹੀਦਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਇਹਦੇ ਤੋਂ ਕੀ ਪ੍ਰੇਰਨਾ ਮਿਲੇਗੀ? ਹਾਂਜੀ, ਇਹ ਕਿਤਾਬ ਉਹਨਾਂ ਨੇ ਬੱਚਿਆਂ ਲਈ ਲਿਖੀ ਹੈ, ਤੇ ਇਹਦੇ ਵਿੱਚ ਸਭ ਤੋਂ ਜਿਹੜੀ ਡਿਫਰੈਂਟ ਗੱਲ ਉਹ ਇਹ ਹੈ ਵੀ ਇਹਦੇ ਵਿੱਚ ਜਿਹੜੀਆਂ ਫੋਟੋ ਲਾ ਕੇ ਉਹਨੇ ਇਲਸਟ੍ਰੇਸ਼ਨ ਦੇ ਨਾਲ ਕਹਾਣੀ ਨੂੰ ਬਣਾਇਆ, ਤੇ ਦੂਜੀ ਉਹਨੇ ਸੀਕੁਐਂਸ ਰੱਖੇ ਆ। 20ਵੀਂ ਸਦੀ ਦਾ ਇਤਿਹਾਸ ਹੈ ਜਿਹੜਾ ਉਹ ਸਾਰਾ ਹੀ ਵਿੱਚ ਫਿੱਟ ਕੀਤਾ। ਇਹਦੇ ਵਿੱਚ 1947 ਹੈ, 1984 ਹੈ, ਤੇ ਆਹ ਜਿਹੜਾ ਹੁਣ ਤੱਕ ਲੈ ਆਈ ਉਹ ਆਪਣੇ ਇਤਿਹਾਸ ਨੂੰ, ਤੇ ਪੰਜਾਬ ਦੀ ਗੱਲ ਕੀਤੀ ਆ, ਆਨੰਦਪੁਰ ਦੇ ਮਤੇ ਦੀ ਗੱਲ ਕੀਤੀ ਆ, ਸਾਰੀਆਂ ਮਤਲਬ 20ਵੀਂ ਸਦੀ ਦੀਆਂ ਘਟਨਾਵਾਂ ਨੂੰ ਉਹਨੇ ਇੱਕ ਬੜੀ ਲੜੀ ਦੇ ਵਿੱਚ ਪਰੋ ਲਿਆ, ਤੇ ਬੱਚੇ ਆ ਜਿਹੜੇ ਉਹ ਜਾਣਨਾ ਚਾਹੁੰਦੇ ਆ। ਦੂਜਾ ਹੁਣ ਟਰੈਂਡ ਘੱਟ ਰਿਹਾ ਕਿਤਾਬਾਂ ਦਾ, ਪੜ੍ਹਨ ਦਾ ਹੀ ਟਰੈਂਡ ਘੱਟ ਰਿਹਾ, ਬੱਚੇ ਕੰਪਿਊਟਰਾਂ 'ਤੇ ਆ ਗਏ ਆ, ਲਿਖਣ ਦਾ ਟਰੈਂਡ ਘੱਟ ਰਿਹਾ। ਤੇ ਮੈਨੂੰ ਲੱਗਦਾ ਜਦੋਂ ਇਹ ਕਿਤਾਬ ਬੱਚਿਆਂ ਦੇ ਹੱਥ 'ਚ ਜਾਊਗੀ ਤਾਂ ਉਹਨਾਂ ਨੂੰ ਆਪਣੇ ਇਤਿਹਾਸ ਦੀ ਵੀ ਸਮਝ ਲੱਗੂਗੀ, ਤੇ ਉਹਨਾਂ ਨੂੰ ਇਹ ਵੀ ਪਤਾ ਲੱਗੂਗਾ ਕਿ ਅਸੀਂ ਫਿਊਚਰ ਕੀ ਆ ਅੱਗੋਂ ਸਾਡੀ ਕੌਮ ਦਾ। ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਕਿਤਾਬ ਨੂੰ ਪੜ੍ਹ ਕੇ ਕੋਈ ਪ੍ਰੋਡਿਊਸਰ, ਕੋਈ ਡਾਇਰੈਕਟਰ ਜਾਂ ਫਿਲਮ ਸਿਟੀ ਨਾਲ ਰਿਲੇਟਡ ਕੋਈ ਐਸਾ ਬੰਦਾ ਆਣ ਕੇ ਇਹਨਾਂ ਦੇ ਉੱਪਰ ਫਿਲਮ ਬਣਾਉਣ ਦੀ ਪੇਸ਼ਕਸ਼ ਰੱਖੇ ਫਿਰ? ਨਹੀਂ ਜੀ, ਸਾਡੇ ਨਾਲ ਬਹੁਤ ਇਹ ਫਿਲਮਾਂ ਵਾਲੇ ਤੇ ਕੌਮ ਨੂੰ ਝੱਲ ਹੋਇਆ ਪਿਆ ਵੀ ਛੇਤੀ ਫਿਲਮ ਹੀ ਬਣ ਜਾਵੇ, ਪਰ ਸਾਨੂੰ ਲੱਗਦਾ ਹਜੇ ਥੋੜ੍ਹਾ ਜਿਹਾ ਹੋਰ ਕੰਮ ਕਰਨ ਵਾਲਾ, ਤੇ ਇੱਕ ਚੰਗੀ ਜਿਹੜੀ ਹੈ 5-4 ਕਿਤਾਬਾਂ ਆ ਜਾਣ, ਫਿਰ ਅਸੀਂ ਉਹਨਾਂ ਨੂੰ ਦੱਸੀਏ ਵੀ ਆਹ ਸਾਨੂੰ ਫਿੱਟ ਬਹਿੰਦੀ ਹੈ। ਕਿਉਂਕਿ ਜਿਹੜੀ ਇਹ ਪ੍ਰੋਬਲਮ ਇਹ ਆ ਰਹੀ ਹੈ ਵੀ ਜਿਹੜਾ ਵੀ ਕੋਈ ਸਟੋਰੀ ਬਣਾਉਣਾ ਚਾਹੁੰਦਾ ਹੈ ਉਹ ਜਸਵੰਤ ਸਿੰਘ ਨੂੰ ਨੈਸ਼ਨਲਿਜ਼ਮ 'ਚ ਫਿੱਟ ਕਰਨਾ ਚਾਹੁੰਦਾ ਹੈ, ਤੇ ਮੂਵਮੈਂਟ ਨੂੰ ਗਲਤ ਕਰਨਾ ਚਾਹੁੰਦਾ ਹੈ। ਅਸੀਂ ਨਹੀਂ ਇਹ ਕਹਿੰਦੇ ਵੀ ਮੂਵਮੈਂਟ ਕਿਤੇ ਗਲਤ ਸੀ, ਅਸੀਂ ਆਪਣੇ ਹੱਕਾਂ ਦੀ ਲੜਾਈ ਲੜੀ ਹੈ, ਮਾਰ ਖਾ ਕੇ ਮਾਰੇ ਗਏ, ਡਿਸਪੀਅਰ ਹੋ ਗਏ, ਇਹ ਵੱਖਰੀ ਗੱਲ ਹੈ, ਪਰ ਲੜਾਈ ਤਾਂ ਸਾਡੀ ਸੋਸ਼ਲ ਜਸਟਿਸ ਦੀ, ਪੋਲੀਟੀਕਲ ਜਸਟਿਸ ਦੀ ਸੀ। ਬਿਲਕੁਲ ਹੈ ਜੀ, ਬਿਲਕੁਲ ਹੈ। ਔਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹਨੂੰ ਜਿੱਥੇ ਫਿੱਟ ਬੈਠਦਾ, ਰਾਜਨੀਤੀ ਕਰਨ ਵਾਲੇ ਬੰਦੇ ਵੀ ਉਹਨਾਂ ਨੂੰ ਉੱਥੇ ਹੀ ਫਿੱਟ ਕਰ ਲੈਂਦੇ ਨੇ। ਮੌਜੂਦਾ ਸਮੇਂ ਦੀ ਅਗਰ ਗੱਲ ਕਰੀਏ, 1995 ਦਾ ਮੈਂ ਥੋੜ੍ਹਾ ਜਿਹਾ ਉੱਥੇ ਜਾ ਰਿਹਾ ਜੀ, ਉਹਨੂੰ ਅਸੀਂ ਥੋੜ੍ਹੇ ਜਿਹੇ ਸਮੇਂ 'ਚ ਹੀ ਸਮੇਟਾਂਗੇ ਵੀ 1995 ਦਾ ਸਾਲ ਭਾਈ ਖਾਲੜਾ ਜੀ ਨੂੰ ਘਰੋਂ ਕਦੋਂ ਲਿਜਾਇਆ ਜਾਂਦਾ, ਕੀ ਕਹਿ ਕੇ ਲਿਜਾਇਆ ਜਾਂਦਾ ਤੇ ਕਿੱਥੇ ਲਿਜਾਇਆ ਜਾਂਦਾ, ਤੇ ਉਹਦੇ ਬਾਅਦ ਤੁਹਾਡੇ ਨਾਲ ਵਾਪਰਦਾ ਕੀ ਹੈ? ਨਹੀਂ ਜੀ, ਜਸਵੰਤ ਸਿੰਘ ਨੂੰ ਬਿਲਕੁਲ ਪਤਾ ਸੀਗਾ, 6 ਸਤੰਬਰ 1995 ਨੂੰ ਹੀ ਉਹਨਾਂ ਨੂੰ ਪਤਾ ਸੀ ਵੀ ਮੇਰੇ ਨਾਲ ਕੋਈ ਮਿਸ ਹੈਪਨਿੰਗ ਹੋਣ ਵਾਲੀ ਆ, ਕਿਉਂਕਿ ਉਹਨਾਂ ਨੇ ਸਵੇਰੇ ਹੀ ਮੈਨੂੰ 6 ਸਤੰਬਰ 1995 ਨੂੰ 8:30 ਵਜੇ ਇੰਡੀਕੇਟ ਕੀਤਾ ਸੀਗਾ ਵੀ ਕੀ ਤੂੰ ਬੱਚਿਆਂ ਨੂੰ ਪੜ੍ਹਾ ਲੇਂਗੀ। ਤੇ ਉਹਨਾਂ ਨੂੰ ਜਿਵੇਂ ਆਪਣੇ ਪੇਰੈਂਟਸ ਨੂੰ ਵੀ 2 ਦਿਨ ਜਾ ਕੇ ਪਹਿਲਾਂ ਮਿਲਿਆ ਆ, ਫਾਦਰ ਸਾਹਿਬ ਨੇ ਕਿਹਾ ਉਹਨਾਂ ਨੂੰ ਵੀ ਤੂੰ ਹੁਣ ਬੁੱਢੇ ਬਾਰੇ ਸਾਨੂੰ ਥਾਣਿਆਂ 'ਚ ਰੋਲੇਂਗਾ, ਤਾਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀਗਾ ਕਿ ਮੈਂ ਕਿਤੇ ਭੱਜਿਆ, ਤੁਹਾਨੂੰ ਕੋਈ ਕਿਉਂ ਕੁਛ ਕਹੂਗਾ। ਤੇ ਮੈਨੂੰ ਵੀ ਇੱਕ ਡਰ ਸੀਗਾ ਬੱਚਿਆਂ ਦਾ, ਤੇ ਉਹ ਕਹਿੰਦੇ ਸੀ ਤੇਰੇ ਬੱਚਿਆਂ ਨੂੰ ਕੋਈ ਕੁਛ ਨਹੀਂ ਕਹੂਗਾ। ਤੇ ਮੈਨੂੰ ਲੱਗਦਾ ਇਹ ਇਤਿਹਾਸਕ ਸੱਚ ਹੋ ਨਿਬੜਿਆ, ਨਾ ਮੈਨੂੰ ਨਾ ਬੱਚਿਆਂ ਨੂੰ। ਡਰ ਤੇ ਬਹੁਤ ਸੀਗਾ, ਲੋਕ ਡਰਾਉਂਦੇ ਸੀਗੇ ਵੀ ਇਹ ਬੱਚੇ ਸਕੂਲ ਨਾ ਭੇਜੋ, ਅਸੀਂ ਡਰਦੇ ਸੀਗੇ, ਪਰ ਅਸੀਂ ਉਸ ਵੇਲੇ ਇੱਕ ਬਹੁਤ ਫੈਸਲਾ ਲੈ ਲਿਆ
ਵੀ ਜੋ ਵੀ ਹੋਊਗਾ ਅਸੀਂ ਸਾਨੂੰ ਮਨਜ਼ੂਰ ਹੋਊਗਾ ਵੀ ਅਸੀਂ ਇਹ ਲੜਾਈ ਲੜਨੀ ਹੈ। ਜਦੋਂ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਕਦੀ ਦੁਬਾਰਾ ਮੇਲ ਹੋਇਆ? ਨੋ, ਕਦੇ ਵੀ ਨਹੀਂ, ਕਿਉਂਕਿ ਉਹਨਾਂ ਨੇ ਤੇ ਇਸ ਮਕਸਦ ਨਾਲ ਹੀ ਚੁੱਕਿਆ ਵੀ ਇਹ ਬੰਦੇ ਨੂੰ ਖਤਮ ਕਰਨਾ। ਕੋਈ ਵੀ ਕਲੂ ਸਾਡੇ ਤੱਕ ਨਹੀਂ ਆਇਆ ਤੇ ਉਹਨਾਂ ਨੇ ਜਿਹੜੀ ਲੜਾਈ ਲੜੀ ਹੈ ਕਾਨੂੰਨ ਦੀ ਸਾਡੇ ਨਾਲ, ਕਿਉਂਕਿ ਅਸੀਂ ਤਾਂ ਸਾਰਾ ਕੁਝ ਕਾਨੂੰਨ 'ਚ ਲਿਆ ਕੇ ਹੀ ਗੱਲ ਕਰਨੀ ਸੀ। ਉਹਨਾਂ ਨੇ ਕਿਹਾ ਵੀ ਨਾ ਇਹ ਬੰਦਾ ਸਾਨੂੰ ਚਾਹੀਦਾ, ਨਾ ਅਸੀਂ ਲੈ ਕੇ ਆਏ। ਇਹ ਜਦੋਂ ਤੁਹਾਨੂੰ ਕਾਨੂੰਨ ਦਾ ਸਹਾਰਾ ਕਦੋਂ ਲੈਣਾ ਪੈ ਗਿਆ? ਯਾਨੀ ਕਿ ਜਦੋਂ ਤੁਸੀਂ ਪੁੱਛਦੇ ਸੀ ਕਿ ਕਿੱਥੇ ਨੇ ਜਸਵੰਤ ਸਿੰਘ ਖਾਲੜਾ ਜੀ, ਤਾਂ ਤੁਹਾਡੇ ਇਹ ਕੰਮਾਂ ਤਾਂ ਕੋਈ ਸੁਰਾਗ ਨਹੀਂ ਸੀ ਦਿੰਦੇ, ਪਰ ਉਹਦੇ ਬਾਅਦ ਜਦੋਂ ਕਾਨੂੰਨ ਦਾ ਸਹਾਰਾ ਲੈਣਾ ਪਿਆ, ਕਿੰਨੇ ਚਿਰ ਬਾਅਦ ਲੈਣਾ ਪਿਆ ਔਰ ਕਿਉਂ ਲੈਣਾ ਪੈ ਗਿਆ ਵੀ ਜਦੋਂ ਸੁਰਖਾ ਵੀ ਨਹੀਂ ਦਿੰਦੇ? ਅਸੀਂ ਵਿਦਨ 20 ਆਵਰਸ, ਅੱਛਾ, ਮਤਲਬ ਜਸਵੰਤ ਸਿੰਘ ਨੂੰ 6 ਨੂੰ ਚੱਕਿਆ ਗਿਆ, 8 ਨੂੰ ਅਸੀਂ ਸੁਪਰੀਮ ਕੋਰਟ ਅਸੀਂ ਹਿਊਮਨ ਰਾਈਟਸ ਉੱਥੇ ਚਲੇ ਗਏ, ਨੈਸ਼ਨਲ ਹਿਊਮਨ ਰਾਈਟਸ 'ਚ। ਉਹਨਾਂ ਨੇ ਸਾਨੂੰ ਕਿਹਾ ਸਾਡੇ ਕੋਲੇ ਕੋਈ ਤਾਕਤ ਨਹੀਂ ਹੈਗੀ ਬੰਦੇ ਲੱਭਣ ਦੀ, ਅਸੀਂ ਤਾਂ ਚਿੱਠੀ ਪਾ ਸਕਦੇ ਹਾਂ ਅਤੇ ਤੁਸੀਂ ਸੁਪਰੀਮ ਕੋਰਟ ਜਾਓ। ਅਤੇ ਬਾਈ ਚਾਂਸ ਟੌੜਾ ਸਾਹਿਬ ਨੇ ਵੀ ਉੱਧਰੋਂ ਟੈਲੀਗ੍ਰਾਮ ਕਰਤੀ ਅਤੇ ਉੱਧਰੋਂ ਮੈਂ ਸੁਪਰੀਮ ਕੋਰਟ ਦੇ ਵਿੱਚ ਆਪਣੀ ਹੈਬੀਅਸ ਕਾਰਪਸ ਲੈ ਕੇ ਚਲ ਗਈ ਅਤੇ ਉਹਦੇ ਨਾਲ ਪਟੀਸ਼ਨ ਲੱਗ ਗਈ। ਅਤੇ ਉਦੋਂ ਤੋਂ ਸਾਡੀ ਤਾਂ 72 ਘੰਟਿਆਂ ਦੇ ਵਿੱਚ ਸੁਣਵਾਈ, 9 ਤਰੀਕ ਨੂੰ ਸੁਣਵਾਈ ਸ਼ੁਰੂ ਹੋ ਗਈ ਸੀ। ਸੁਣਵਾਈ ਤਾਂ ਸ਼ੁਰੂ ਹੋਈ, ਪਰ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਣਵਾਈ ਤੇ ਨਾ ਹੋਈ? ਨਹੀਂ, ਭਾਈ ਜਸਵੰਤ ਸਿੰਘ ਖਾਲੜਾ ਦੀ ਸੁਣਵਾਈ ਲੋਕਾਂ ਦੇ ਸਾਹਮਣੇ ਸਾਰਾ ਸੱਚ ਹੈ, ਕਿਤਾਬਾਂ ਆ ਰਹੀਆਂ ਇਤਿਹਾਸ ਦੇ ਵਿੱਚ। ਅਸੀਂ ਕਿੰਨੇ ਚਿਰ ਬਾਅਦ ਸ਼ਹੀਦ ਕਰਤਾ ਸੀ ਉਹਨਾਂ ਨੇ, ਜੋ ਤੁਹਾਨੂੰ ਪਤਾ? ਨਹੀਂ ਜੀ, ਅਸੀਂ ਹੁਣ ਕੀ ਕਹੀਏ ਵੀ ਕਿੰਨੇ, ਕਿਉਂਕਿ ਸਾਡੇ ਕੋਲੇ ਕੋਈ ਕਲੂ ਨਹੀਂਗਾ। ਜਿਹੜਾ ਬੰਦਾ ਇਹਦਾ ਵਿਟਨੈਸ ਹੈ ਉਹ ਕਹਿੰਦਾ ਹੈ ਵੀ 27-28 ਦੀ ਦਰਮਿਆਨੀ ਰਾਤ ਨੂੰ। ਕਿਹੜੇ ਮਹੀਨੇ, ਕਿਹੜੀ ਸਾਲ? ਅਕਤੂਬਰ ਨੂੰ 1995 ਨੂੰ ਕਰ ਦਿੱਤਾ ਸੀ। ਤਾਂ ਫਿਰ ਇਹ ਜਿਨ੍ਹਾਂ ਨੇ ਕੀਤਾ ਸੀ ਉਹ ਕਿੰਨੇ ਬੰਦੇ ਸੀ ਔਰ ਉਹਨਾਂ ਤੱਕ ਕਾਨੂੰਨ ਦਾ ਸਕੰਜਾ ਕਿਵੇਂ ਪਹੁੰਚਿਆ? ਵੇਖੋ ਜੀ, CBI ਦੀ ਇਨਕੁਆਇਰੀ ਸੀਗੀ ਅਤੇ ਉਹਨਾਂ ਦੇ ਵਿੱਚੋਂ ਹੀ ਜਿਹੜੇ 9 ਬੰਦੇ ਸੀ ਉਹਨਾਂ ਨੇ ਉਦੋਂ ਜਿਹੜੇ ਉਹ ਲਏ ਸੀਗੇ। 9 ਦੇ ਵਿੱਚੋਂ 3 ਤੇ ਕੇਸ ਸ਼ੁਰੂ ਹੁੰਦਿਆਂ ਹੀ ਖਤਮ ਹੋ ਗਏ ਸੀਗੇ। ਅਜੀਤ ਸਿੰਘ ਸੰਧੂ ਨੇ ਸੁਸਾਈਡ ਕਰ ਲਿਆ, ਇੱਕ ਅਸ਼ੋਕ ਸੀਗਾ, ਅਸ਼ੋਕ ਕੁਮਾਰ, ਜਿਹੜਾ ਮਾਣੋ ਚਾ ਉਹਦੀ 5 ਵੜ ਦੀ ਮਾਂ ਨੂੰ ਵੀ ਮਾਰਦਾ ਅਤੇ ਉਹਦੇ ਭਰਾ ਨੂੰ ਵੀ ਮਾਰਦਾ, ਉਹ ਵੀ ਡਿਪਰੈਸ਼ਨ 'ਚ ਜਾ ਕੇ ਉਹਨੂੰ ਵੀ ਅਟੈਕ ਆ ਗਿਆ ਸੀਗਾ। ਇੱਕ ਹੋਰ ਸੀਗਾ ਪ੍ਰਿਥੀਪਾਲ ਕੋਈ, ਉਹ ਵੀ ਜਿਵੇਂ 3 ਤੇ ਬਾਰੀ ਉੱਡ ਗਏ ਸੀਗੇ ਅਤੇ 6 ਅੰਦਰ ਗਏ ਸੀਗੇ। ਤੇ ਉਹ ਪਤਾ ਚੱਲਿਆ ਜੀ ਉਹ ਡਿਸਮਿਸ ਨਹੀਂ ਸੀ ਕੀਤੇ, ਪਰ ਤੁਸੀਂ ਫਿਰ ਦੁਬਾਰਾ ਕਦਮ ਚੁੱਕਿਆ ਤੇ ਫਿਰ ਡਿਸਮਿਸ ਹੋਏ? ਹਾਂਜੀ, ਉਹਨਾਂ ਨੂੰ ਤੇ ਬੜੇ ਸ਼ਾਹੀ ਤਰੀਕੇ ਨਾਲ ਬਾਦਲ ਦੀ ਸਰਕਾਰ ਆ ਗਈ ਸੀਗੀ ਔਰ ਉਹਨੇ ਲਿਟੀਗੇਸ਼ਨ ਸੈੱਲ ਬਣਾ ਲਿਆ। ਬਾਦਲ ਨੇ ਉਹਨਾਂ ਦੀ ਮਦਦ ਕਰਨ ਦੇ ਲਈ, ਉਹਨਾਂ ਦੀ ਕਾਨੂੰਨੀ ਲੜਾਈ ਲੜਨ ਨੂੰ, ਉਹਨਾਂ ਦੇ ਪਰਿਵਾਰਕ ਮਸਲੇ ਹੱਲ ਕਰਨ ਨੂੰ, ਪਰ ਅਸੀਂ ਨਾ ਨਹੀਂ ਹੁੰਦਾ ਇਸ ਗੱਲ ਨੂੰ ਚੈਲੰਜ ਵਜੋਂ ਲੈ ਲਿਆ। ਬਾਦਲ ਤੇ ਆਪਣੇ ਆਪ ਨੂੰ ਪੰਥਕ ਕਹਿੰਦਾ, ਉਹ ਕਹਿੰਦਾ ਪੰਥ ਦੀ ਲੜਾਈ ਲੜਦੇ ਹੀ ਸਿਰਫ ਉਹਨਾਂ ਦੀ ਪਾਰਟੀ। ਨਹੀਂ, ਤੇ ਤੁਸੀਂ ਫਿਰ ਬਾਦਲ ਸਾਹਿਬ ਨੂੰ ਪੁੱਛੋ ਨਾ ਜਾ ਕੇ, ਸਾਨੂੰ ਤਾਂ ਲੱਗਦਾ ਨਹੀਂ ਉਹ ਪੰਥਕ। ਜਿਹੜਾ ਹਸ਼ਰਾਜ ਉਹਦਾ ਹੋਣ ਡਿਆ, ਕੀ ਉਹ ਪੰਥਕ ਹੈ? ਪਰ ਜਿਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕਦੇ ਨੇ ਔਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਿੰਗ ਹੈ ਉਹਦੇ ਵਿੱਚੋਂ ਕੰਮ ਕਰ ਰਹੇ ਹੈਗੇ ਨੇ, ਮਨੁੱਖੀ ਅਧਿਕਾਰ ਵਿੰਗ ਦੇ ਉਹ ਬਹੁਤ ਵੱਡੇ ਸੀਨੀਅਰ ਅਹੁਦੇਦਾਰ ਨੇ, ਤਾਂ ਬਾਦਲ ਸਾਹਿਬ ਚਾਹੁੰਦੇ ਤਾਂ ਬਚਾ ਸਕਦੇ ਸੀ ਜੀ ਇਹਨਾਂ? ਨਹੀਂ ਜੀ, ਕੀ ਪਤਾ, ਸਾਨੂੰ ਤਾਂ ਲੱਗਦਾ ਵੀ ਬਾਦਲ ਸਾਹਿਬ, ਸਾਡੇ ਸੁਣਨ 'ਚ ਤਾਂ ਇਹ ਆਇਆ ਵੀ ਦਿਨੇ ਬੱਚਿਆਂ ਦੇ ਸ਼ਹੀਦਾਂ ਦੇ ਭੋਗ 'ਤੇ ਜਾਂਦਾ ਸੀ, ਰਾਤ ਨੂੰ KPS ਨਾਲ ਮੀਟਿੰਗ ਕਰਦਾ ਸੀ। ਸਾਨੂੰ ਇਹ ਗੱਲਾਂ ਅਸੀਂ ਸੁਣਾਉਣ 'ਚ ਸਾਡੀਆਂ ਆਈਆਂ, ਅਸੀਂ ਫੇਥ ਹੀ ਨਹੀਂ ਕਰਦੇ ਬਾਦਲ 'ਤੇ ਜੋ ਵੀ ਹੈਗਾ। ਜੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਲਾਸਟ ਪਰਸੋਂ ਵੇਖ ਲਓ, ਉਹਦੀ ਪਾਰਟੀ ਨੇ ਇਜ਼ਹਾਰ ਆਲਮ ਦੀ ਵਾਈਫ ਨੂੰ ਜਨਰਲ ਸਕੱਤਰ ਬਣਾਤਾ। ਉਹ ਤਾਂ ਉਹਨਾਂ ਲੋਕਾਂ ਨੂੰ ਕਰਦਾ ਪਿਆ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ 2-4 ਰਹਿੰਦੇ ਆ KPS ਗੱਲ ਦੀ ਫੈਮਿਲੀ, ਅਜੀਤ ਸਿੰਘ ਸੰਧੂ ਦੀ ਕੋਈ ਫੈਮਿਲੀ, ਜਿਹੜੇ ਹੋਰ ਜਿਹੜੇ ਬੁੱਚੜ ਲੋਕ ਆ, ਉਹਨਾਂ ਨੂੰ ਵੀ ਲੱਭ ਕੇ ਉਹਦੇ ਤਕਸੀਮ ਕਰੇ ਉਹ। ਅਸੀਂ ਤਾਂ ਇਹ ਚਾਹੁੰਦੇ ਹਾਂ। ਸ਼ਹਾਦਤ ਤੋਂ ਬਾਅਦ ਕਦੀ ਬਾਦਲ ਸਾਹਿਬ ਨੇ ਪਰਸਨਲ ਆਣ ਕੇ ਤੁਹਾਡੇ ਨਾਲ ਦੁਖੜਾ ਸਾਂਝਾ ਕੀਤਾ 1995 ਤੋਂ ਬਾਅਦ ਕਦੀ? ਨਹੀਂ ਜੀ, ਅਸੀਂ ਇਹ ਸਮਝ ਲਿਆ ਬਾਦਲ ਸਾਡਾ ਕੁਝ ਨਹੀਂ ਕਰ ਸਕਦਾ। ਅਸੀਂ ਜੋ ਵੀ ਕਰਨਾ ਹੈ, ਅਸੀਂ ਆਪਣੀ ਕਾਨੂੰਨੀ ਲੜਾਈ, ਆਪਣੀ ਸਮਾਜਿਕ ਲੜਾਈ, ਆਪਣੀ ਕਮਿਊਨਿਟੀ ਦੇ ਨਾਲ ਆ ਕੇ ਲੜੀ ਆ। ਅਸੀਂ ਤਾਂ ਬਾਦਲ ਦੇ ਐਂਟੀ ਹੋ ਗਏ। ਫਿਰ ਜਦੋਂ ਸਾਨੂੰ ਕਹਿਤਾ ਵੀ ਤੁਸੀਂ ਜਾਓ ਭਾਈ, ਆਪਦੇ ਬੱਚੇ ਪਾਲੋ, ਤੁਸੀਂ ਕੀ ਲੈਣਾ ਇਹਨਾਂ ਗੱਲਾਂ 'ਚ, ਉਹਦਾ ਲੈਣਾ ਉਹਦਾ ਲੈ ਲਓ, ਜੇ ਤੁਸੀਂ ਕੋਈ ਲੋਨ ਲੈਣਾ ਉਹ ਲੈ ਲਓ। ਤੇ ਅਸੀਂ ਨਾ ਇਹ ਹੁੰਦਾ, ਅਸੀਂ ਤਾਂ ਫਿਰ ਸਾਡੀ ਤਾਂ ਲਾਈਨ ਹੀ ਵੱਖਰੀ ਸੀ। ਬੀਬੀ ਜੀ, ਆਖਰੀ ਸਵਾਲ ਪੁੱਛਾਂਗੇ, ਜਦੋਂ ਭਾਈ ਜਸਵੰਤ ਸਿੰਘ ਖਾਲੜਾ ਦਾ ਮਾਮਲਾ ਉੱਠਦਾ ਹੈ 1995 'ਚ ਜਾਂ 96 'ਚ, ਇਹ ਮਾਮਲੇ ਨੂੰ ਦਬਾਉਣ ਵਾਸਤੇ, ਖਤਮ ਕਰਨ ਵਾਸਤੇ ਕਿਹੋ ਜਿਹਾ ਲਾਲਚ ਆਇਆ, ਕਿਹੋ ਜਿਹੇ ਡਰਾਵਣੇ ਤੁਹਾਨੂੰ ਧਮਕੀਆਂ ਆਈਆਂ, ਡਰ ਆਏ, ਜਾਂ ਕਿਹੋ ਜਿਹਾ ਤੁਹਾਡੇ ਅੱਗੇ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ? ਮੈਂ ਕਹਿੰਦੀ ਇਹ ਸਵਾਲ ਮੈਨੂੰ ਨਾ ਹੀ ਪੁੱਛੋ। ਮੈਨੂੰ ਨਾ ਕਦੇ ਕੋਈ ਡਰ ਆਇਆ, ਨਾ ਮੈਨੂੰ ਕੋਈ ਲਾਲਚ ਆਇਆ।
ਨਾ ਸਾਨੂੰ ਇਹੋ ਜਿਹਾ, ਕਿਉਂਕਿ ਮੈਂ ਵੀ ਇੱਕ ਆਪਣੀ ਪੜ੍ਹਾਈ ਚੰਗੀ ਤਰੀਕੇ ਨਾਲ ਪੂਰੀ ਕੀਤੀ ਸੀਗੀ ਤੇ ਮੈਂ ਵੀ ਐਮਰਜੈਂਸੀ ਵੇਲੇ ਅਸੀਂ ਵੀ ਸਰਗਰਮ ਰਹੇ ਸੀਗੇ ਤੇ ਮੈਨੂੰ ਪਤਾ ਸੀਗਾ ਵੀ ਇਹ ਲੜਾਈ ਨੂੰ ਕਿਵੇਂ ਲੜਿਆ ਜਾਣਾ। ਮੈਂ ਲਾਲਚ ਵਾਲੀ ਗੱਲ ਨਾ ਕਦੇ ਆਈ ਹੈ ਨਾ ਕਦੇ ਆਉਣੀ ਹੈ। ਤੇ ਸਮਾਜ ਦੇ ਵਿੱਚ ਲੋਕ ਮੁੱਲ ਖਰੀਦਦੇ ਫਿਰਦੇ ਆ ਸਤਿਕਾਰ, ਵੀ ਕਿਸੇ ਤਰੀਕੇ ਨਾਲ ਮਿਲ ਜਾਵੇ ਸਾਨੂੰ, ਹੈ ਨਾ। ਮੁੱਲ ਖਰੀਦਦੇ ਆ, ਪ੍ਰੈਸ ਕਾਨਫਰੰਸਾਂ ਕਰਦੇ ਆ, ਪੈਸੇ ਦੇ ਖਬਰਾਂ ਲਵਾਉਂਦੇ ਆ। ਤੇ ਅੱਜ ਸਤਿਕਾਰ ਹੈ ਜਸਵੰਤ ਸਿੰਘ ਖਾਲੜਾ ਦਾ। ਅੱਜ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ, ਸਾਨੂੰ ਕਦੇ ਪ੍ਰੈਸ ਨੂੰ ਕਹਿਣਾ ਨਹੀਂ ਪਿਆ। ਪ੍ਰੈਸ ਵਾਲੇ ਇੰਨੇ ਚੰਗੇ ਕੁਝ ਲੋਕ ਹੈ ਜਿਹੜੇ ਕਹਿੰਦੇ ਭੈਣ ਜੀ ਅਸੀਂ ਚਾਹ ਦਾ ਕੱਪ ਵੀ ਨਹੀਂ ਪੀਣਾ ਤੁਹਾਡੇ ਕੋਲੋਂ ਤੇ ਤੁਸੀਂ ਆ ਕੇ ਦਿਓ ਜਿਹੜੀ ਸਾਨੂੰ ਖਬਰ ਦੇਣੀ ਹੈ। ਤੇ ਇਹ ਸਿਰਫ ਸੱਚਾਈ ਕਰਕੇ ਆ। ਹੋਰ ਮੌਜੂਦਾ ਹਾਲਾਤਾਂ ਨੂੰ ਆਪਾਂ ਕਿਸ ਨਜ਼ਰੀਏ ਨਾਲ ਦੇਖੀਏ? ਭਾਈ ਜਸਵੰਤ ਸਿੰਘ ਖਾਲੜਾ ਦੇ ਵਿਚਾਰਾਂ ਨੂੰ ਲੈ ਕੇ ਮੌਜੂਦਾ ਹਾਲਾਤਾਂ ਦੇ ਉੱਤੇ ਕੀ ਕਹਿੰਦੇ? ਇਹ ਜੀ ਮੌਜੂਦਾ ਹਾਲਾਤ ਰੋਜ਼ ਬਦਲਦੇ ਆ। ਕੋਈ ਪੋਲੀਟੀਕਲ ਗੇਮਾਂ ਕੀ ਬਣਨੀਆਂ ਕੀ ਨਹੀਂ ਬਣਨੀਆਂ, ਪਰ ਇਹ ਆ ਵੀ ਮੈਂ ਸੁਣਾ ਮੇਰਾ ਇਹੋ ਹੀ ਆ ਵੀ ਸੰਘਰਸ਼ ਤੋਂ ਬਿਨਾਂ ਨਾ ਗੱਲ ਬਣਨੀ ਆ, ਨਾ ਕਦੇ ਇਹ ਤੋਂ ਬਿਨਾਂ ਸੋਚਣਾ ਹੀ ਚਾਹੀਦਾ। ਤੁਸੀਂ ਸੰਘਰਸ਼ ਕਰੋ, ਉਹਦੇ ਚੰਗੇ ਸਿੱਟੇ ਨਿਕਲਣਗੇ। ਤੇ ਪੰਥਕ ਪਾਰਟੀ, ਅਗਰ ਕੋਈ ਪੰਥਕ ਧਿਰ ਤੁਹਾਨੂੰ ਪੰਜਾਬ 'ਚ ਨਜ਼ਰ ਆ ਰਹੀ ਹੈ ਵੀ ਕਿਸੇ ਅੱਛੇ ਲੀਡਰ ਦੀ ਲੋੜ ਹੈ, ਪੰਥਕ ਕੁਝ ਕਹਿਣ ਨੂੰ ਜਿਹੜੇ ਲੋਕ ਮਖੌਟੇ ਪੰਥਕ ਨੇ, ਤੁਹਾਨੂੰ ਕੀ ਲੱਗਦਾ ਉਹ ਪੰਥਕ ਹੈ ਨੇ? ਨਹੀਂ ਜੀ, ਮੈਂ ਉਹਨਾਂ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਮੈਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਵੀ ਮੈਂ ਦਿਲੋਂ ਦਿਮਾਗੋਂ ਪੰਥਕ ਹਾਂ ਕਿ ਨਹੀਂ। ਕਿ ਅਸੀਂ ਜਿਹੜੀ ਕੁਰਬਾਨੀ ਕੀਤੀ ਹੈ ਉਹਨੂੰ ਕਿਵੇਂ ਸਾਂਭਿਆ, ਉਹਨੂੰ ਪੋਲੀਟੀਕਲ ਲੋਕਾਂ ਦੀ ਗੇਮ ਤੋਂ ਕਿਵੇਂ ਬਚਾ ਕੇ ਰੱਖਿਆ। ਮੇਰਾ ਕੰਮ ਇੰਨਾ ਹੈ। ਪੋਲੀਟੀਕਲ ਲੋਕਾਂ 'ਤੇ ਮੈਨੂੰ ਕੀ ਲੋੜ ਹੈ ਟਿੱਪਣੀ ਕਰਨ ਦੀ? ਕੋਈ ਢੱਠੇ ਖੂਹ 'ਚ ਪਵੇ ਕੋਈ। ਮੈਂ ਤਾਂ ਲੋਕਾਂ ਨੂੰ ਇਹੋ ਹੀ ਕਹਿੰਦੀ ਹਾਂ ਵੀ ਹੁਣ ਇਲੈਕਸ਼ਨਾਂ ਆਉਣਗੀਆਂ ਵੀ ਇਹਨਾਂ ਤੋਂ ਸਵਾਲ ਪੁੱਛੋ ਤੁਸੀਂ ਵੀ ਕਿਹੋ ਜਿਹੇ ਪੰਥਕ ਹੈ ਤੁਸੀਂ। ਜੀ ਬਿਲਕੁਲ। ਇਹ ਹਨ ਸਾਡੇ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਜੀ, ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੀ ਮਰਜੀਵੜਾ ਕਿਤਾਬ ਜਿਹੜੀ ਹੈ ਉਹ ਰਿਲੀਜ਼ ਹੋਈ। ਇਹ ਕਿਤਾਬ ਸਾਡੇ ਹੱਥ ਦੇ ਵਿੱਚ 213 ਪੰਨਿਆਂ ਦੀ ਇਹ ਕਿਤਾਬ ਹੈ ਔਰ ਇਸ ਕਿਤਾਬ ਨੂੰ ਬੀਬੀ ਗੁਰਮੀਤ ਕੌਰ ਕੈਨੇਡਾ ਦੇ ਵਿੱਚ ਨੇ, ਉਹ ਜਿਹੜੀ ਹੈ ਇਸ ਕਿਤਾਬ ਨੂੰ ਉਹਨਾਂ ਨੇ ਛਾਪਿਆ, ਸ਼ਬਦਾਂ ਦੀ ਵਿੱਚ ਇਹਨਾਂ ਨੂੰ ਪਰੋਇਆ ਇਹਨਾਂ ਅਲਫਾਜ਼ਾਂ ਨੂੰ। ਜਿਵੇਂ ਤੁਸੀਂ ਸਭ ਜਾਣਦੇ ਹੋ ਕਿ 24 ਤਾਰੀਖ ਕੈਨੇਡਾ ਦੇ ਉੱਪਰ ਕੱਲ੍ਹ, ਯਾਨੀ ਕਿ ਅੱਜ ਦੀ ਜਿਹੜੀ ਰਾਤ ਹੈ ਇੰਡੀਆ ਦੀ, ਇਸ ਸਮੇਂ 'ਤੇ ਜਿਵੇਂ ਇੱਥੇ ਰਿਲੀਜ਼ ਹੋਈ ਹੈ ਬੁੱਕ, ਇਸੇ ਤਰ੍ਹਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰਿਲੀਜ਼ ਹੋ ਰਹੀ ਹੈ। ਦਾ TV NRI ਜਿਵੇਂ ਹੁਣ ਤੁਹਾਨੂੰ ਅੱਜ ਦਾ ਲਾਈਵ ਦਿਖਾਇਆ, ਸੋ ਕੈਨੇਡਾ ਤੋਂ ਲਾਈਵ ਵੀ ਤੁਸੀਂ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖੋਗੇ। ਪਰ ਇੱਥੇ ਇੱਕ ਚੀਜ਼ ਜਿਹੜੀ ਆ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ, ਇੱਕ ਚੀਜ਼ 'ਤੇ ਬ੍ਰੇਕ ਲਗਾ ਗਈ ਸੀ ਕਿ 1995 ਦੀ ਸ਼ਹਾਦਤ ਤੋਂ ਬਾਅਦ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ, ਤਾਂ ਉਸ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਸ਼ਹੀਦ ਹੋ ਜਾਂਦੇ ਸੀ ਅਣਪਛਾਤੇ, ਤੋਂ ਉਹਨਾਂ ਦੀ ਸ਼ਹਾਦਤ 'ਤੇ ਬ੍ਰੇਕ ਲੱਗ ਗਈ ਸੀ। ਸੋ ਇਸ ਸ਼ਹੀਦ ਨੂੰ, ਸ਼ਹੀਦ ਦੇ ਪਰਿਵਾਰ ਨੂੰ ਸਾਡਾ ਕੋਟ-ਕੋਟ ਨਮਨ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਮੀਦ ਹੈ ਕਿ ਹੋਰ ਇਸੇ ਤਰ੍ਹਾਂ ਦੀ ਜਿਹੜੀਆਂ ਸੱਚਾਈਆਂ ਨੇ ਉਹ ਸ਼ਬਦਾਂ ਦੇ ਜ਼ਰੀਏ, ਕਿਤਾਬਾਂ ਦੇ ਜ਼ਰੀਏ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਨੌਜਵਾਨ ਬੱਚੇ ਹੈ, ਉਹਨਾਂ ਦੇ ਅੱਗੇ ਜ਼ਰੂਰ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।